एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। तैंडी बंदिश मैं कोई ना डिठा, तू नानक मन भाना कोल कुम्हाई तिस मित्र विचोले जै मिल कंत पछाना। सतनाम वाहेगुरु साहिब जियो। राग सूही अष्टपदियाँ महला चौथा कर दूजा एक ओंकार सतगुर प्रसाद। कोई आन मिलावे मेरा प्रीतम प्यारा, हाँ तिस पह आप विचाई। कोई आन मिलावे मेरा प्रीतम प्यारा, हाँ तिस पै आप विचाई। दर्शन हर देखण कै ताई, कृपा करें तां सतगुर मेलै। हर हर नाम ध्याई रहाओ। जे सुख दें तां तुझे आराधी, दुख भी तुझे तिहाई। जे भुख दें तां इत ही राजा, दुख विच सुख मनाई। मन तन काट तन मन काट काट सब अर्पी, विच अग्नि आप जलाई। पखा फेरी पानी ढोआ, जो देवह सो खाई। नानक गरीब टह पया दुआरे, हर मेल लह वडियाई। पखा फेरी पानी ढोआ, जो देवै सो खाई। नानक गरीब टह पया दुआरे, हर मेल लह वडियाई। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश ढलदी शाम असी सत्संगत माण रहे हैं। ये समा गुरबाणी व्याख्या का है, जिस विच राग सूही विचारिया जा रहा है। अज तो गुरु रामदास पातशाह द्वारा उचरित की गई पावन बाणी प्रारंभ हो रही है। शब्द लमेरा आ, ये 32 पदे ने रहाओ दे बंद तो बिना।
ਸਮੇਂ ਦੀ ਸੀਮਿਤਤਾ ਹੋਣ ਕਰਕੇ ਸਿਰਫ ਸ਼ੁਰੂਆਤੀ 6 ਪਦਿਆਂ ਦਾ ਪਾਠ ਆਪ ਜੀ ਦੇ ਸਮਕਕਸ਼ ਕੀਤਾ ਗਿਆ। ਬਚਨ ਦੀ ਪ੍ਰਾਰੰਭਤਾ ਰਹਾਉ ਦੇ ਬੰਦ ਤੋਂ ਹੀ ਕਰਾਂਗੇ, ਪਰ ਇੱਕ ਸਰਸਰੀ ਨਜ਼ਰ ਜੋ ਇਸ ਸ਼ਬਦ ਦਾ ਸਿਰਨਾਵਾ ਆ, ਟਾਈਟਲ ਕਹਿ ਲਵੋ, ਉਸ ਉੱਪਰ ਜੋ ਸਮੁੱਚਾ ਸਿਰਨਾਵਾ ਬਣਦਾ ਆ ਉਹ ਹੈ ਰਾਗ ਸੂਹੀ ਅਸ਼ਟਪਦੀਆਂ ਮਹਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਅਸ਼ਟਪਦੀਆਂ ਦਾ ਇਹ ਸਮੁੱਚਾ ਸੰਦੇਸ਼ ਆ। ਅਸ਼ਟਪਦੀਆਂ ਅਸ਼ਟਮਿਨ 8 ਪਦੀਆਂ ਮਿਨ ਪਹਿਰੇ, ਜਿਹਦੇ 8 ਪਹਿਰੇ ਹੋਣ ਜਿਸ ਬਾਣੀ ਦੇ, ਪਰ ਇਹਦੇ ਕਿਉਂਕਿ 32 ਪਦੇ ਨੇ, ਆਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਕਸੈਪਸ਼ਨਲ ਐਗਜ਼ਾਮਪਲਸ ਵੇਖ ਸਕਦੇ ਹੋ। ਸੋ ਵੀ ਇੱਕ ਐਕਸੈਪਸ਼ਨ ਐਗਜ਼ਾਮਪਲ ਹੈ। ਲਮੇਰੀ ਬਾਣੀ 8 ਪਦਿਆਂ ਦੀ ਹੁੰਦੀ ਹੈ, ਪਰ ਮਹਾਰਾਜ ਨੇ ਇਹਦੇ 'ਚ ਕਈ ਵਾਰ ਬਾਣੀ ਦੇ ਵਿਚਾਰ ਦੇ ਪ੍ਰਵਾਹ ਨੂੰ ਮੁੱਖ ਰੱਖਦਿਆਂ ਪਦਿਆਂ ਦੀ ਗਿਣਤੀ ਵਧਾਈ ਵੀ ਹੈ। ਸੋ ਇੱਕ ਲਮੇਰੀ ਰਚਨਾ। ਮਹਲਾ ਚੌਥਾ ਗੁਰੂ ਨਾਨਕ ਜੋਤ ਚੌਥੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੌਥੇ ਜਾਨਸ਼ੀਨ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਘਰ ਦੂਜਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ। ਜਦੋਂ ਇਸ ਸ਼ਬਦ ਨੂੰ ਸੰਗੀਤਕ ਰੂਪ ਵਿੱਚ ਗਾਇਆ ਜਾਏ, ਜਿੱਥੇ ਸੁਰ ਮੁਜ਼ਬ ਸੂਹੀ ਨੂੰ ਪ੍ਰਯੋਗ ਵਿੱਚ ਲਿਆਉਣਾ ਆ, ਉੱਥੇ ਤਾਲ ਵਾਸਤੇ ਥਾਪ ਗੋਚਰੇ ਰਿਦਮ ਜਿਸਨੂੰ ਅਸੀਂ ਕਹਿੰਦੇ ਹਾਂ, ਉਸ ਦੇ ਲਈ ਦੂਸਰੇ ਘਰ ਨੂੰ ਯੂਜ਼ ਕਰਨਾ, ਉਹਨੂੰ ਪ੍ਰਯੋਗ ਵਿੱਚ ਰੱਖਣਾ। ਅੱਗੇ ਇਸ਼ਟ ਦਾ ਮੰਗਲ ਹੈ, ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਕਿ ਸੈਂਕੜੇ ਵਾਰ ਬਾਣੀ ਵਿੱਚ ਆਇਆ ਆ। ਅਕਸਰ ਅਸੀਂ ਦੀ ਬਾਤ ਕਰਦੇ ਹਾਂ, ਸਿੰਪਲ ਟਰਾਂਸਲੇਸ਼ਨ ਇਹੀ ਹੈ ਕਿ ਇੱਕ ਮੀਨ ਵਹਿਦਿਕ, ਜਿਹਨੂੰ ਅਸੀਂ ਕਹਿੰਦੇ ਹਾਂ ਓਨਲੀ ਐਂਡ ਓਨਲੀ ਵਨ ਵਹਿਦਿਕ। ਓੰਕਾਰ ਅਵਿਤ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ। ਅਕਾਲ ਪੁਰਖ ਵਾਹਿਗੁਰੂ 2 4 10 50 ਇਸ ਰੂਪ ਵਿੱਚ ਨਹੀਂ ਹੈਗੇ ਬਾਣੀ ਦੇ ਮੁਤਾਬਕ। ਉਹ ਸਰਵਸਵ ਰਵਨ ਕਰਕੇ ਬੈਠੀ ਹੋਈ ਜੋਤ ਇੱਕ ਹੀ ਹੈ, ਅਤੇ ਉਹਦਾ ਟਿਕਾਣਾ ਇਸ ਤਰ੍ਹਾਂ ਆ ਕਿ ਆਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ, ਜੋ ਕੁਝ ਵੀ ਦਿਸਦਾ ਅਣਦਿਸਦਾ ਸਭ ਵਿੱਚ ਉਹ ਵਿਦਮਾਨ ਹੈ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਓਮਨੀ ਪ੍ਰੈਜ਼ੈਂਸ ਆ। ਸੋ ਅਗਲੇ ਰੂਪ ਵਿੱਚ ਬਾਤ ਆਈ ਸਤਿਗੁਰ ਪ੍ਰਸਾਦ। ਇਹੋ ਜਿਹੇ ਓੰਕਾਰ ਜੀ ਦੇ ਨਾਲ ਅਵਿਥਿਕ ਰਸ ਵਿਆਪਨ ਵਾਲੀ ਹਸਤੀ ਦੇ ਨਾਲ ਸਾਡੀ ਸਾਂਝ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ ਹੈ। ਰਹਾਉ ਦੇ ਬੰਦ ਤੋਂ ਵਿਚਾਰ ਦਾ ਆਗਾਜ਼ ਆ। ਗੁਰਦੇਵ ਜ਼ਿਕਰ ਕਰਦੇ ਨੇ, ਦਰਸ਼ਨ ਹਰ ਦੇਖਨ ਕੈ ਤਾਈ, ਕਿਰਪਾ ਕਰਹਿ ਤਾਂ ਸਤਿਗੁਰ ਮੇਲੈ, ਹਰ ਹਰ ਨਾਮ ਤੇ ਆਏ। ਰਹਾਉ ਗੁਰਬਾਣੀ ਬੜੀ ਸਰਲ ਵੀ ਹੈ, ਕਿਉਂਕਿ ਗੁਰਮੁਖੀ ਅੱਖਰ ਨੇ। ਪੰਜਾਬੀ ਦਾ ਮੇਨ ਇਹਦੇ 'ਚ ਈਡੀਅਮ ਆ, ਬਿਕੋਜ਼ ਇਨ ਮੀਡੀਅਮ ਵੇ ਵੀ ਕੈਨ ਸੇ these actually scripture is written in Gurmukhi letters, but when we talk about idiom mean ਜਿਹੜੀ ਇਹਦੀ ਮੁੱਖ ਸੁਰ ਆ, ਜਿਹੜਾ ਇਹਦਾ ਮੁੱਖ ਭਾਵ ਆ, ਉਹ ਪੰਜਾਬੀ ਹੈ। ਪੰਜਾਬ ਦੀ ਫਿਜ਼ਾਂ ਦੇ ਵਿੱਚ ਜਿਹੜੀ ਆਮ ਅਸੀਂ ਇੱਕ ਦੂਜੇ ਨੂੰ ਸਮਝਣ ਸਮਝਾਉਣ ਵਾਸਤੇ ਮੁਹਾਵਰੇਦਾਰੀ ਯੂਜ਼ ਕਰਦੇ ਹਾਂ, ਗੁਰਬਾਣੀ 'ਚੋਂ ਮਿਲ ਜਾਂਦੀ ਹੈ ਸਾਨੂੰ। ਪਰ ਫਿਰ ਵੀ ਕਿਉਂਕਿ ਇਹ ਪੋਇਟਿਕ ਵੇ ਨਾਲ ਲਿਖੀ ਗਈ ਹੈ, ਦੂਸਰਾ ਇਹ ਸਾਨੂੰ ਸਪਿਰਿਚੁਅਲ ਸਾਈਡਸ ਤੋਂ ਐਜੂਕੇਟ ਕਰਦੀ ਹੈ, ਅਧਿਆਤਮੀ ਤਲ 'ਤੇ ਸਾਨੂੰ ਸਿੱਖਿਅਤ ਕਰਦੀ ਹੈ। ਅਤੇ ਉਹਦੇ ਲਈ ਜੇ ਅਸੀਂ ਇਹਦੀ ਗਲੋਸਰੀ, ਇਹਦੀ ਵੋਕੈਬਲਰੀ ਨੂੰ ਪ੍ਰੋਪਰਲੀ ਅੰਡਰਸਟੈਂਡ ਨਹੀਂ ਕਰਦੇ, ਤਾਂ ਕਈ ਵਾਰ ਲੋਕ ਬੜੀ ਸੁਪਰਫਿਸ਼ੀਅਲ ਜਿਹੀ ਅੰਡਰਸਟੈਂਡਿੰਗ ਬਾਣੀ ਦੀ ਲੈ ਲੈਂਦੇ ਨੇ। ਮਤਲਬ ਆਪੋਂ ਬਣਾਈ ਹੋਈ ਦੁਨੀਆ, ਜਿਵੇਂ ਆਪੋਂ ਬਣਾਇਆ ਸੁਨੇਹਾ ਆਪਣੇ ਅੰਦਰ ਗ੍ਰੈਬ ਕਰ ਲੈਣਾ ਹੈ। ਜਿਹੜਾ ਬਚਨ ਆ ਰਿਹਾ, ਦਰਸ਼ਨ ਹਰ ਦੇਖਨ ਕੈ ਤਾਈ। ਹੁਣ ਦਰਸ਼ਨ ਹਰ ਦੇਖਨ ਕੈ ਤਾਈ, ਹਰੀ ਦੇ ਦੀਦਾਰ ਕਰਨ ਵਾਸਤੇ, ਤਾਈ ਮੀਨ ਇਸ ਲਈ, ਰੱਬ ਦੇ ਦਰਸ਼ਨ ਪਾਉਣ ਲਈ। ਸਿੰਪਲ ਇਸ ਲੈਵਲ 'ਤੇ ਲੈ ਲਓ। ਹੁਣ ਇਹ ਬਾਤ ਜਿਹੜੀ ਹੈ ਰੱਬ ਦੇ ਦਰਸ਼ਨ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਰ-ਵਾਰ ਇਹ ਬਾਤ ਕਰਦੇ ਨੇ, ਪਰ ਕਈ ਵਾਰ ਬੰਦਾ ਸੋਚਦਾ ਰੱਬ ਦੇ ਦਰਸ਼ਨ ਕਿਵੇਂ ਹੋਣਗੇ ਜਿਸ ਦੁਨੀਆ 'ਚ ਅੱਜ ਅਸੀਂ ਵਸ ਰਹੇ ਹਾਂ। ਸਾਇੰਟੀਫਿਕਲੀ, ਮੈਡੀਕਲ ਸਾਈਡਸ ਤੋਂ, ਮੈਂਟਲ ਹੈਲਥ ਦੀ ਸਾਈਡਸ ਤੋਂ, ਹਿਊਮਨ ਬਿਹੇਵੀਅਰ ਦੀ ਸਾਈਡਸ ਤੋਂ ਸਮਝਣ ਸਮਝਾਉਣ ਵਾਸਤੇ ਸਾਡੇ ਕੋਲ ਬਹੁਤ ਸੋਲਿਡ ਰਿਸਰਚ ਆ, ਸਟੱਡੀਜ਼ ਨੇ, ਬਹੁਤ ਕੁਝ ਸਾਡੇ ਕੋਲ ਪਿਆ ਹੈ ਇਸ ਪੱਖ ਤੋਂ। ਹੁਣ ਤਾਂ ਪਤਾ ਲੱਗ ਰਿਹਾ ਹੈ ਮਨੁੱਖਾਂ ਨੂੰ ਵੱਖਰੇ ਵੱਖਰੇ ਕਿਸਮ ਦੇ ਕਈ ਵਾਰ ਫੋਬੀਆਜ਼ ਹੋ ਜਾਂਦੇ ਨੇ, ਲੋਕਾਂ ਨੂੰ ਪੈਰਾਨੋਇਡਸ ਹੁੰਦੇ ਨੇ,
ਹਲੂਸੀਨੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਸਾਡੇ ਸਾਊਥ ਏਸ਼ੀਅਨ ਖਿੱਤੇ ਤੁਸੀਂ ਕਦੇ ਦੇਖਿਆ ਹੋਏ, ਲੋਕ ਚੌਂਕੀਆਂ ਦੇਣ ਲੱਗ ਜਾਂਦੇ ਨੇ, ਲੋਕਾਂ 'ਚ ਵੱਖਰੇ ਵੱਖਰੇ ਕਿਸਮ ਦੇ ਮਤਲਬ ਉਹ ਜਿਹੜੀਆਂ ਸੁਪਰ ਨੈਚੁਰਲ ਪਾਵਰਸ ਜਿਹਨੂੰ ਕਿਹਾ ਗਿਆ, ਸ਼ਕਤੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਈ ਲੋਕ ਕਹਿੰਦੇ ਨੇ ਮੇਰੇ 'ਚ ਸ਼ਹੀਦ ਆਉਣ ਲੱਗ ਗਏ। ਮਤਲਬ ਤੁਸੀਂ ਇਹ ਸਭ ਚੀਜ਼ਾਂ ਆਪਣੇ ਉਸ ਖਿੱਤੇ 'ਚ ਇਸ ਕਿਸਮ ਦੇ ਨਾਲ ਦੇਖਿਆ। ਮੈਡੀਕਲ ਸਾਇੰਸਿਸ ਦੇ ਵਿੱਚ ਹੌਲੀ ਹੌਲੀ ਕਰਕੇ ਸਮਝ ਆ ਰਹੀ ਹੈ ਕਿ ਬੰਦਿਆਂ ਦੇ ਜਿਹੜੇ ਪੈਰਾਨੋਇਡਸ ਹੋਣੇ, ਜਿਹੜੇ ਉਹਨਾਂ ਨੂੰ ਹਲੂਸੀਨੇਸ਼ਨਸ ਹੋਣੀ, ਚੀਜ਼ਾਂ ਦਿਸਣੀਆਂ, ਸੁਣਨੀਆਂ, ਬੋਲਣਾ, ਇਹ ਸਭ ਇੱਕ ਬੰਦੇ ਦੇ ਅੰਦਰ ਦੀ ਦੁਨੀਆ ਦਾ ਪ੍ਰੋਸੈਸ ਆ। ਕਈ ਵਾਰ ਬੰਦਾ ਕਿਸੇ ਫੋਬੀਆ ਦਾ ਸ਼ਿਕਾਰ ਹੋ ਜਾਂਦਾ ਹੈ, ਕਈ ਵਾਰ ਇਲਿਟਰੇਸ਼ਨ ਦੇ ਲੈਵਲ 'ਤੇ ਇਤਨੀ ਜ਼ਿਆਦਾ ਡੀਪ ਲੈਵਲ 'ਤੇ ਕੋਈ ਥੋਟ ਅਸਰ ਕਰ ਜਾਂਦਾ, ਬੰਦਾ ਉਸ ਦੁਨੀਆ ਚਲਾ ਜਾਂਦਾ ਜੋ ਬਾਹਰ ਸਾਨੂੰ ਨਹੀਂ ਦਿਸਦੀ, ਪਰ ਉਹਦੇ ਅੰਦਰ ਇੱਕ ਖਿਆਲਾਂ ਦੀ ਦੁਨੀਆ ਬਣ ਗਈ, ਇਮੈਜੀਨੇਸ਼ਨ ਵਰਲਡ ਇੱਕ ਉਸ ਕਿਸਮ ਦਾ ਜੀਣ ਲੱਗ ਗਿਆ। ਸੋ ਇਹੋ ਜਿਹੀਆਂ ਚੀਜ਼ਾਂ ਅਕਸਰ ਹੁਣ ਤੇ ਸਮਝ ਆਉਣ ਲੱਗ ਗਈਆਂ ਉਸ ਰੂਪ ਦੇ ਵਿੱਚ। ਜਦੋਂ ਗੁਰਬਾਣੀ ਦਰਸ਼ਨ ਦੀ ਗੱਲ ਕਰਦੀ ਹੈ, ਦਰਸ਼ਨ ਕਿਸੇ ਪੈਰਾਨੋਇਡਸ ਦੇ ਦਰਸ਼ਨ ਨਹੀਂ ਹੈਗੇ। ਲੋਕੀ ਕਈ ਵਾਰੀ ਕਹਿੰਦੇ ਨੇ ਫਲਾਣੇ ਨੂੰ ਸੁਪਨਾ ਆ ਗਿਆ, ਫਲਾਣੇ ਨੂੰ ਦਿਸਣ ਲੱਗ ਗਿਆ, ਫਲਾਣੇ ਨੂੰ ਰੱਬ ਦਿਸ ਗਿਆ। ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ 'ਚੋਂ ਬਾਹਰ ਕੱਢਿਆ ਸਾਨੂੰ। ਗੁਰੂ ਸਾਹਿਬ ਨੇ ਸਾਨੂੰ ਕੋਈ ਜਿਵੇਂ ਹੁੰਦਾ ਨਾ ਕਿ ਢੋਰੇ ਬਣਾ ਦੇਣਾ ਕਿਸੇ ਨੂੰ, ਵੀ ਮਤਲਬ ਐਵੇਂ ਹੀ ਜਿਵੇਂ ਸੂਫੀਆਂ ਦਾ ਇੱਕ ਵੱਡਾ ਹਿੱਸਾ, ਹਾਲਾਂਕਿ ਕੁਝ ਸੂਫੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਫਰੀਦ ਜੀ ਬੈਠੇ ਨੇ, ਮਤਲਬ ਤੁਸੀਂ ਸਾਰੀ ਰਚਨਾ ਉਹਨਾਂ ਦੀ ਦੇਖੋ, ਸਾਰੀ ਰਚਨਾ ਭਗਤ ਫਰੀਦ ਜੀ ਦੀ ਗੁਰੂ ਗ੍ਰੰਥ ਸਾਹਿਬ ਜਿਹੜੀ ਮੌਜੂਦ ਆ, ਉਹ ਹਿਊਮਨ ਬਿਹੇਵੀਅਰ ਨੂੰ, ਮਨੁੱਖੀ ਵਿਹਾਰ ਨੂੰ ਚੁਸਤ ਦਰੁਸਤ ਕਰਨ ਦੇ ਵਿੱਚ ਆ। ਬੰਦੇ ਨੂੰ ਵਾਰ-ਵਾਰ ਇਹ ਦੱਸਿਆ ਜਾ ਰਿਹਾ, ਉਹ ਬੰਦੇ ਆਪਣੀ ਜੀਵਨ ਦੀ ਜਿਹੜੀ ਜੀਵਨ ਚਰਿਆ ਆ, ਜਿਹਨੂੰ ਅਸੀਂ ਵੇ ਆਫ ਲਾਈਫ ਕਹਿੰਦੇ ਹਾਂ, ਉਹਦੀ ਕਮਾਨ ਕੱਸ ਕੇ ਰੱਖ। ਜੇ ਉਸ ਪੱਖ ਤੋਂ ਢਿੱਲਾ ਹੋ ਜਾਏਗਾ, ਹੁਣ ਸਪੋਜ਼ ਕਰੋ ਬੰਦਾ ਵੈਸੇ ਤੇ ਰੱਬ ਦੀਆਂ ਗੱਲਾਂ ਕਰਦਾ ਆ, ਇਹ ਵੀ ਕਈ ਦਾਅਵੇ ਕਰ ਰਿਹਾ ਮੈਨੂੰ ਰੱਬ ਦਿਸ ਰਿਹਾ, ਮੈਂ ਰੱਬ ਨਾਲ ਜੁੜ ਗਿਆ, ਮੈਂ ਰੱਬ ਦੇ ਘਰ ਪਹੁੰਚ ਗਿਆ। ਵਿਹਾਰਕ ਤੌਰ 'ਤੇ ਹਾਲਤ ਇਹ ਹੈ, ਕਿਸੇ ਦੂਸਰੇ ਬੰਦੇ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ, ਕਿਸੇ ਦੂਸਰੇ ਦਾ ਦਿਲ ਤੋੜਨ ਲੱਗਿਆ ਇੱਕ ਪਲ ਨਹੀਂ ਲਾਉਂਦਾ, ਨਫ਼ਰਤ ਫੈਲਾ ਰਿਹਾ ਚਾਰ ਚੁਫੇਰੇ। ਕਾਹਦਾ ਇਹ ਧਰਮ, ਇਹ ਕਿਹੋ ਜਿਹਾ ਧਰਮ ਹੈ? ਭਗਤ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਇੱਕ ਫਿੱਕਾ ਨਾ ਗਲ ਆਏ ਸਭਨਾ ਮੈਂ ਸੱਚਾ ਧਣੀ, ਮਾਣਕ ਸਭ ਅਮੋਲ ਵਿੱਚ। ਕਿਸੇ ਨੂੰ ਇੱਕ ਫਿੱਕੀ ਗੱਲ ਨਾ ਕਹੀਂ, ਕਿਸੇ ਦਾ ਦਿਲ ਖਰਾਸ਼ ਨਾ ਹੋਈ, ਸਭ ਮਨੁੱਖਾਂ ਦੇ 'ਚ ਕਰਤਾਰ ਆਪ ਵਸ ਰਹੇ ਉਸ ਰੂਪ ਦੇ 'ਚ। ਮਤਲਬ ਵਿਹਾਰ ਇਸ ਕਿਸਮ ਦਾ ਸੋਲਿਡ ਕਰ, ਫਿਰ ਇਕੱਲੀ ਇਹ ਨਹੀਂ ਬਾਤ, ਬੰਦਾ ਫਰੇਬੀ ਬਣ ਜਾਂਦਾ ਆ, ਧੋਖੇਬਾਜ਼ ਬਣ ਜਾਂਦਾ ਆ। ਭਗਤ ਫਰੀਦ ਜੀ ਨੇ ਬਿਆਨ ਕੀਤਾ, ਚੇਤੇ ਰੱਖੀ ਦਿਲੋਂ ਮੁਹੱਬਤ ਜਿਨ ਸੇਈ ਸੱਚੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ। ਇਹੋ ਜਿਹਾ ਸ਼ੀਸ਼ਾ ਕੌਣ ਵਿਖਾਏਗਾ? ਇਹ ਹੈ ਅਸਲ ਸੂਫ, ਅਸਲ ਜਿਹੜਾ ਆਪਣੇ ਜੀਵਨ ਦੇ ਸੁਧਾਰ ਦੀ ਬਾਤ ਕੀਤੀ ਗਈ। ਅਦਰਵਾਈਜ਼ ਤੁਹਾਨੂੰ ਸੂਫੀਆਂ ਦਾ ਜਮਾਵੜਾ ਮਿਲ ਜਾਏਗਾ, ਪੈਰਾਂ 'ਚ ਘੁੰਗਰੂ ਬਣ ਕੇ ਗਲੀਆਂ 'ਚ ਨੱਚਦਾ, ਇਹ ਸਭ ਚੀਜ਼ਾਂ ਕਰਦਾ, ਲੋਕਾਂ ਨੂੰ ਹੱਥਾਂ 'ਚ ਝਾੜੂ ਜਿਹੜਾ ਹੈਗਾ ਮੋਰ ਦੇ ਪੰਖ ਫੜ ਕੇ ਇਸ ਕਿਸਮ ਦੇ ਨਾਲ ਕਰਦਾ ਹੋਇਆ, ਤੇ ਲੋਕੀ ਉਹਦੀ ਪੀਰ ਬਣ ਗਿਆ, ਇਹਦੀ ਮਤਲਬ ਵਡਿਆਈਆਂ ਕਰਦੇ ਹੋਏ ਲੋਕ ਮਿਲ ਜਾਣਗੇ, ਇਹ ਖੁਦਾ ਤੱਕ ਪਹੁੰਚ ਗਿਆ। ਈਵਨ ਅਨਲ ਹੱਕ ਦੇ ਨਾਰੇ ਲਾਉਂਦੇ ਹੋਏ ਲੋਕ ਮਿਲ ਜਾਣਗੇ, ਸਾਨੂੰ ਰੱਬ ਦਿਸ ਗਿਆ, ਖੁਦਾ ਦਿਸ ਗਿਆ, ਖੁਦਾ ਦੀ ਜ਼ਾਤ ਸਾਡੇ ਅੰਦਰ ਆ ਗਈ, ਇਸ ਕਿਸਮ ਦੀਆਂ ਬਾਤਾਂ ਕਰਨ ਵਾਲੇ। ਅਤੇ ਹੋਰ ਬਹੁਤ ਸਾਰਾ ਇਹੋ ਜਿਹਾ ਸਿਨੈਰੀਓ ਤੁਹਾਨੂੰ ਮਿਲ ਜਾਏਗਾ। ਈਵਨ ਅਜੇ ਤੱਕ ਵੀ ਭਾਰਤੀ ਖਿੱਤੇ ਦੇ ਵਿੱਚ ਹੀ ਬ੍ਰਿੰਦਾਵਨ ਉਸ ਸਾਈਡ 'ਤੇ ਤੁਹਾਨੂੰ ਇਹੋ ਜਿਹੀਆਂ ਰਾਸਾਂ ਪਾਉਂਦੇ ਲੋਕ ਦਿਸ ਜਾਣਗੇ। ਹਾਲਾਂਕਿ ਗੁਰੂ ਸਾਹਿਬ ਜਿਹੜੇ ਸ਼ਬਦ ਪੜ੍ਹਦੇ ਨਾ ਅਸੀਂ, ਸਾਹਿਬ ਮਹਾਰਾਜ ਜ਼ਿਕਰ ਕਰਦੇ ਕਿ ਉਹ ਹਾਲਤ ਇਹ ਹੈ ਵੀ ਆਪ ਪਛਾੜੈ ਧਰਤੀ ਨਾਲ, ਆਪਣੇ ਆਪ ਨੂੰ ਧਰਤੀ 'ਤੇ ਉਸ ਕਿਸਮ ਨਾਲ ਪਛਾੜ ਕੇ ਪੈਂਦੇ ਨੇ। ਉੱਡ ਉੱਡ ਰਾਵਾਂ ਝਾਟਾ ਪਾਏ ਵੇਖੈ ਲੋਕ ਹੱਸੈ ਕਰ ਜਾਏ, ਤਮਾਸ਼ੇ ਕਰਦੇ ਨੇ ਸਾਰੇ ਦੇ ਸਾਰੇ, ਨਾਟਕ ਚੇਟਕ ਹੋ ਰਹੇ ਨੇ ਸਾਰੇ, ਅਤੇ ਹੁੰਦਾ ਅਸਲੀਅਤ ਰੋਟੀਆਂ ਕਾਰਨ ਪੂਰਾ ਤਾਲ। ਉਹ ਹਾਲਤ ਇਹ ਸਾਰੀ ਬਣੀ ਪਈ ਹੈ ਵੀ ਮਤਲਬ ਅਜੀਬ ਹਾਲਤ ਹੈ। ਗੁਰਪੀਰ ਸਦਾਏ ਮੰਗਣ ਜਾਏ, ਮਤਲਬ ਬੰਦਾ ਆਪ ਕੁਛ ਦਾ ਕੁਛ ਬਣੀ ਜਾ ਰਿਹਾ। ਅਤੇ ਸਾਰੀ ਜੇ ਦੇਖੀ ਜਾਏ ਤਾਂ ਡਿਪੈਂਡੈਂਸੀ ਇਹ ਹੈ ਕਿ ਲੋਕਾਂ ਨੂੰ ਲੁੱਟਣ ਵਾਸਤੇ, ਐਕਸਪਲੋਇਟੇਸ਼ਨ ਕਰਨ ਵਾਸਤੇ ਸਭ ਵਰਤਾਰੇ ਨੂੰ ਵਰਤ ਰਿਹਾ ਹੈਗਾ। ਇਹ ਕਾਹਦੇ ਰੱਬ ਦੇ ਦਰਸ਼ਨ ਤੇ ਕਾਹਦਾ ਰੱਬ ਦਾ ਗਿਆਨ ਤੇ ਕਬ ਦੀਆਂ ਵੱਲਾਂ ਨੇ। ਗੁਰੂ ਬਾਬਾ ਜੀ ਨੇ ਕੱਢਿਆ ਨਾ ਸਭ ਚੀਜ਼ਾਂ ਤੋਂ ਬਾਹਰ। ਦੇਖੋ ਜਿਹੜੀ ਉਸ ਲੈਵਲ 'ਤੇ ਬਾਤ ਕਰਾਂ, ਅੱਜ ਜਿਸ ਸਮਾਜਿਕ ਦੌਰ ਵਿੱਚ ਅਸੀਂ ਹੈਗੇ ਹਾਂ, ਸੋਸ਼ਲ ਸਿਸਟਮ ਸਟਰਕਚਰ ਸਾਡੇ ਆਲੇ ਦੁਆਲੇ ਹੈ, ਸਾਨੂੰ ਗੁਰਮਤਿ ਸਕੂਲ ਨੂੰ ਸਮਝਣ ਸਮਝਾਉਣ ਵਾਲੇ ਹਾਈਲੀ ਐਜੂਕੇਟਿਡ ਚੰਗੇਰੇ ਗੁਰੂ ਦੀ ਪਰੋਸਗੀ 'ਚ ਗੁੱਝੇ ਹੋਏ ਲੋਕ ਚਾਹੀਦੇ ਨੇ।
ਜੇ ਚੀਜ਼ ਨਹੀਂ ਹੋਏਗੀ, ਅਸੀਂ ਵੀ ਆਰ ਲਿਵਿੰਗ ਇਨ ਕ੍ਰਿਸਚਨ ਵਰਲਡ ਐਕਚੁਅਲੀ। ਇੱਥੇ ਜਿਹੜਾ ਤੁਸੀਂ ਦੇਖਿਆ ਹੋਏਗਾ 2-3 ਧਰਮ ਇਹੋ ਨੇ ਦੁਨੀਆ ਦੇ ਜਿਹੜੇ ਕਨਵਰਜਨ 'ਚ ਬੜਾ ਸਟਰੋਂਗਲੀ ਬਿਲੀਵ ਕਰਦੇ ਨੇ। ਸਿੱਖੀ ਦਾ ਕਨਸੈਪਟ ਕਨਵਰਜਨ ਨਹੀਂ ਹੈਗਾ, ਬਲਕਿ ਕਿਸੇ ਤਰ੍ਹਾਂ ਦੀ ਕਨਵਰਜਨ ਦੇ ਖਿਲਾਫ ਖੜੀ ਹੋਈ ਹੈ ਸਿੱਖੀ ਦੇ। ਹਾਂ, ਟਰਾਂਸਫੋਰਮੇਸ਼ਨ ਹੈਗੀ ਹੈ। ਜੇ ਕੋਈ ਆਪਣੀ ਸੈਲਫ ਟਰਾਂਸਫੋਰਮੇਸ਼ਨ ਚਾਹੁੰਦਾ, ਕੋਈ ਤਬਦੀਲੀ ਚਾਹੁੰਦਾ ਜੀਵਨ ਦੀ, ਸਿੱਖੀ ਦੇ ਦਰਵਾਜ਼ੇ ਖੁੱਲ੍ਹੇ ਨੇ। ਫੋਰਸਫੁਲੀ ਨਹੀਂ ਕਿਸੇ ਨੂੰ, ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਜਾਂ ਫੋਰਸਫੁਲੀ ਦੇ ਕਈ ਲੈਵਲ ਹੁੰਦੇ ਨੇ। ਲੋਕਾਂ ਨੂੰ ਇਹ ਰਿਅਲਾਈਜ਼ ਕਰਾਉਣਾ ਜੋ ਤੁਹਾਡੇ ਕੋਲ ਹੈ ਮਾੜਾ ਹੈ, ਮੇਰੇ ਕੋਲ ਚੰਗਾ, ਆਪ ਬਾਏ ਕਰ ਲਓ, ਮੇਰੇ ਨਾਲ ਐਕਸਚੇਂਜ ਕਰ ਲਓ। ਇਸ ਕਿਸਮ ਦੇ ਨਾਲ ਲੋਕਾਂ ਨੂੰ ਇਹ ਸਭ ਸਿੱਖੀ ਦਾ ਕਨਸੈਪਟ ਨਹੀਂ। ਪਰ ਤੁਸੀਂ ਦੇਖੋ ਅੱਜ ਦੀ ਦੁਨੀਆ 'ਚ ਸਭ ਚੀਜ਼ਾਂ ਹੋ ਰਹੀਆਂ ਨੇ। ਇਹਦਾ ਇੱਕ ਵੱਡਾ ਰੀਜ਼ਨ ਇਹ ਵੀ ਹੈਗਾ, ਜਿੰਨਾ ਮੁਲਕਾਂ 'ਚ ਖਿੱਤਿਆਂ 'ਚ ਅਸੀਂ ਰਹਿ ਰਹੇ ਹੈਗੇ ਹਾਂ, ਸਾਡੇ ਕੋਲ ਥਾਟ ਤੇ ਬੜੇ ਕਮਾਲ ਦਾ ਆ, ਪਰ ਜਿਨ੍ਹਾਂ ਲੋਕਾਂ ਨੇ ਪ੍ਰੈਜੈਂਟੇਸ਼ਨ ਕਰਨੀ ਹੈ, ਵੀ ਆਰ ਮਿਸਿੰਗ ਦੋਜ਼ ਥਿੰਗਸ, ਵੀ ਆਰ ਮਿਸਿੰਗ ਦੋਜ਼ ਪੀਪਲ। ਸੋ ਉਹਦੇ ਕਰਕੇ ਇਤਨੇ ਕਮਾਲ ਦੇ ਥਾਟ ਨੂੰ ਅਸੀਂ ਆਪਣੇ ਹੀ ਘਰਾਂ ਤੱਕ ਪਹੁੰਚਦਾ ਹੋਇਆ ਨਹੀਂ ਦੇਖ ਪਾ ਰਹੇ। ਸੋ ਸਾਨੂੰ ਉਹ ਲੋਕ ਚਾਹੀਦੇ ਨੇ, ਉਸ ਸਮਾਜ ਦਾ ਹਿੱਸਾ ਚਾਹੀਦਾ ਆ। ਪਰ ਜੇ ਕੋਈ ਇਹ ਕਹੇ ਕਿ ਭਾਈ ਮੇਰੀ ਪੂਜਾ ਅਰਚਨਾ ਕਰੋ ਤੇ ਮੈਨੂੰ ਜਿਹੜਾ ਪੂਜਾ ਦਾ ਧਾਨ ਦਿਓ ਤੇ ਸਭ ਕੁਝ, ਕਿਉਂ? ਕਿਉਂਕਿ ਮੈਂ ਰੱਬ ਤੱਕ ਪਹੁੰਚਾ ਸਕਣਾ, ਮੈਨੂੰ ਰੱਬ ਦੇ ਦਰਸ਼ਨ ਹੋ ਗਏ। ਸਾਰੀ ਬਾਤ ਗੁਰਮਤਿ ਸਕੂਲ ਇਸ ਸਾਰੇ ਤੋਂ ਬਾਹਰ ਕੱਢ ਕੇ ਲਿਆ ਸੀ ਸਾਨੂੰ। ਜਿਹੜੀ ਦਰਸ਼ਨ ਦੀ ਬਾਤ ਗੁਰਮਤਿ ਸਕੂਲ ਵਿੱਚ ਮਿਲ ਰਹੀ ਹੈ, ਉਹ ਬੜੀ ਗਹਿਰੇ ਤਲ ਤੇ ਇੱਕ ਵੱਖਰੇ ਮਨੁੱਖੀ ਕਿਰਦਾਰ ਤੇ ਵਿਹਾਰ ਦੀ ਗੱਲ 'ਚ ਆਉਂਦੀ ਹੈ। ਤੇ ਸ਼ਬਦ ਸਾਰਾ ਇਸ ਚੀਜ਼ ਨੂੰ ਸਾਨੂੰ ਪ੍ਰੇਰੇਗਾ। ਪ੍ਰੇਆ ਇੱਕ ਸਪਿਰਿਚੁਅਲ ਲੈਵਲ ਤੇ ਸਟੇਟ ਆਫ ਮਾਈਂਡ ਬੰਦੇ ਦੀ ਸੈੱਟ ਹੁੰਦੀ ਹੈ। ਬੰਦਾ ਉਸ ਹਸਤੀ ਨੂੰ, ਜਿਸ ਹਸਤੀ ਨੇ, ਜਿਹਨੇ ਸਾਰਾ ਨਿਜ਼ਾਮ ਬਣਾਇਆ ਆ, ਸਭ ਚਲਾ ਰਿਹਾ ਆ, ਕਰਤਾਰੀ ਰੂਪ, ਉਹਨੂੰ ਬੰਦਾ ਆਪਣੇ ਜੀਵਨ ਵਿੱਚ ਫੀਲ ਕਰ ਸਕੇ, ਅਹਿਸਾਸ ਸਕੇ, ਐਕਸਪੀਰੀਅੰਸ ਕਰ ਸਕੇ। ਇਹ ਬੜਾ ਜ਼ਰੂਰੀ ਹੈ। ਇਹਨੂੰ ਮੈਂ ਹੋਰ ਸਿੰਪਲ ਕਰਕੇ ਬਿਆਨ ਕਰਨ ਦੀ ਟਰਾਈ ਕਰਦਾ ਹਾਂ। ਘਰ ਦੇ 'ਚ ਮਾਂ ਆ, ਪਿਤਾ ਆ, ਭਰਾ ਆ, ਭੈਣ ਆ, ਹੋਰ ਦਾਦਾ ਦਾਦੀ, ਨਾਨਾ ਨਾਨੀ, ਇੰਨੇ ਸਾਰੇ ਲੋਕ ਆ। ਬੰਦਾ ਉਹਨਾਂ ਦੇ ਨੇੜੇ ਰਹਿੰਦਾ ਆ, ਉਹਨਾਂ ਨੂੰ ਮਾਣਦਾ ਆ, ਇੰਜੋਏ ਕਰਦਾ ਆ ਸਭ ਚੀਜ਼ਾਂ। ਪਰ ਕਈ ਵਾਰ ਜਿਹੜੀ ਰਿਲੇਸ਼ਨਸ਼ਿਪ ਬਿਲਕੁਲ ਇੰਟਰਨਲ ਲੈਵਲ 'ਤੇ ਹੋਣੀ ਚਾਹੀਦੀ ਹੈ, ਉੱਥੇ ਫੀਲਿੰਗ ਨਹੀਂ ਹੁੰਦੀ। ਜਿਹੜੀ ਮਿਸਿੰਗ ਆਫ ਦੈਟ ਫੀਲਿੰਗ ਆ, ਜੋ ਅਸੀਂ ਵੈਸਟਰਨਾਈਜ਼ ਵਰਲਡ ਦੀ ਗੱਲ ਕਰ ਰਹੇ ਹਾਂ ਨਾ ਅੱਜ, ਆਪ ਦੇਖੋਗੇ ਬੱਚਿਆਂ ਨੂੰ, ਤੁਸੀਂ ਦੇਖਿਆ ਕਿ ਏਜ ਦਾ ਪੜਾਅ ਆਉਂਦਾ ਜਦੋਂ ਬੱਚੇ ਉਸ ਏਜ ਤੋਂ ਕ੍ਰੋਸ ਕਰ ਜਾਂਦੇ ਨੇ, ਉਹਨਾਂ ਨੂੰ ਮਾਂ ਦੇਖਣ ਨੂੰ ਨਾ ਮਿਲੇ 2 ਦਿਨ, ਪਿਤਾ ਦੇਖਣ ਨੂੰ ਨਾ ਮਿਲੇ 2 ਦਿਨ, ਇਟਸ ਨੋਟ ਅ ਬਿਗ ਡੀਲ। ਉਹਨਾਂ ਨੂੰ 2 ਘੰਟੇ ਟੀਵੀ ਦੀ ਸਕਰੀਨ ਨਾ ਮਿਲੇ ਦੇਖਣ ਨੂੰ, ਦੈਨ ਇਟਸ ਅ ਬਿਗ ਡੀਲ। ਮਤਲਬ ਇਹ ਚੀਜ਼ ਜਿਹੜੀ ਤੁਸੀਂ ਦੇਖੋ, ਇੱਥੇ ਪਤਾ ਲੱਗਾ ਵੱਡੇ ਲੈਵਲ ਤੇ ਕੋਈ ਜਿਹੜੀ ਹੈਗੀ ਹੈ ਵਿੱਚ ਪ੍ਰੋਬਲਮ ਕ੍ਰੀਏਟ ਹੋ ਗਈ ਹੈ। ਉਸ ਨੂੰ ਫੀਲ ਕਰਨਾ, ਮਹਿਸੂਸ ਕਰਨਾ, ਉਸ ਰਿਸ਼ਤੇ ਨੂੰ ਜੀਣਾ, ਮੰਨਣਾ। ਅਸੀਂ ਤੇ ਫਿਜ਼ੀਕਲ ਸਾਈਡ ਤੋਂ ਉਸ ਚੀਜ਼ ਨੂੰ ਫੀਲ ਨਹੀਂ ਕਰਦੇ। ਸੌਰੀ ਟੂ ਸੇ 99% ਘਰਾਂ ਦੇ ਵਿੱਚ ਫੂਡ ਇਨਟੇਕ ਪਤਾ ਕਿਵੇਂ ਹੁੰਦਾ ਆ? ਸਕਰੀਨ ਚੱਲ ਰਹੀ ਹੈ ਆਈਦਰ ਟੀਵੀ ਦੀ ਔਰ ਐਨੀ ਸਮਾਰਟ ਡਿਵਾਈਸਿਸ, ਗੈਜਟ ਦੀ, ਤੇ ਨਾਲ ਫੂਡ ਇਨਟੇਕ ਹੋ ਰਿਹਾ। ਬੰਦੇ ਦੇ ਨਾਲ ਜਿਹੜੇ ਟੇਸਟ ਬਡਸ ਨੇ ਉਹ ਕੁਝ ਲੈ ਰਹੇ ਨੇ, ਨਾ ਉਹਦਾ ਗਰਾਸ ਉਸ ਲੈਵਲ ਤੇ ਜਿਹੜਾ ਡਿਵੈਲਪ ਹੋ ਰਿਹਾ ਆ, ਜਿਹਨੂੰ ਅਸੀਂ ਕੈਮੀਕਲਸ ਕਹਿੰਦੇ ਹਾਂ। ਸਾਡੇ ਗਲੇ ਦਾ ਗਰਾਸ ਜਿਹੜਾ ਸਾਰਾ ਦਾ ਸਾਰਾ ਸਲਾਈਵਾ ਹੈ ਸਾਡਾ। ਬਿਮਾਰੀਆਂ ਐਵੇਂ ਨਹੀਂ ਆ ਗਈਆਂ, ਪ੍ਰੋਬਲਮਸ ਐਵੇਂ ਨਹੀਂ ਆ ਗਈਆਂ। ਆਪ ਇਹਨੂੰ ਸਰਲ ਲੈਵਲ ਤੇ ਲਓ। ਹਾਲਾਂਕਿ ਹੁਣ ਤੇ ਜਿਹੜੀ ਅਲਟਰਨੇਟਿਵ ਥੈਰੇਪੀਜ਼ ਵਿੱਚ ਆ ਰਹੀ, ਅਲਟਰਨੇਟਿਵ ਟਰੀਟਮੈਂਟਸ ਵਿੱਚ ਚੀਜ਼ਾਂ ਆ ਰਹੀਆਂ। ਸਪੋਜ਼ ਚੰਗਾ ਬੰਦੇ ਦਾ ਪਲਿਆ ਤਗੜਾ ਸਰੀਰ ਹੋਏ ਤੇ ਉਹਨੂੰ ਤੁਸੀਂ 20-25 ਕਿਲੋ ਵਜਨ ਕੋ ਇੱਕਦਮ ਲੈਫਟ ਹੱਥ ਕਰ ਚੁਕਾ ਦਿਓ। ਉਹ ਰੈਡੀ ਵੀ ਨਾ ਹੋਏ, ਉਹ ਐਵੇਂ ਹੱਥ ਕਰੇ ਤੇ ਚੀਜ਼ ਲੱਗੇ ਛੋਟਾ ਜਿਹਾ ਡੱਬਾ ਆ, ਜਦੋਂ ਪੜੇ ਤੋਂ 25-30 ਕਿਲੋ ਹੈ, ਜਾਂ ਤੇ ਹੱਥੋਂ ਛੁੱਟ ਜਾਏਗਾ। ਜੇ ਸੰਭਾਲੇਗਾ ਵੀ ਜਿੰਨੀ ਦੇਰ ਤੱਕ, ਉਨੀ ਦੇਰ ਤੱਕ ਹੋਰ ਕੁਝ ਨਾ ਹੋਏ, ਡੈਫੀਨੇਟਲੀ ਕੋਈ ਨਾ ਕੋਈ ਪਾਰਟ ਬਾਡੀ ਦਾ ਜਿਹੜਾ ਹੈਗਾ ਉਹ ਸੋਰ ਹੋ ਜਾਏਗਾ। ਉਹਨੂੰ ਕੁਝ ਨਾ ਕੋਈ ਥੋੜ੍ਹਾ ਅਸਰ ਹੋਏਗਾ, ਪੀੜਾ ਹੋਏਗੀ ਉਹਦੇ 'ਚ ਜਿਹੜੀ ਹੈ ਕੋਈ ਮਸਲ ਸੋਰ ਹੋ ਜਾਏਗਾ, ਕੋਈ ਮਸਲ ਕਿਸੇ ਕਿਸਮ ਦੇ ਨਾਲ ਪੁੱਲ ਹੋ ਜਾਏਗਾ। ਇਹ ਚੀਜ਼ ਇਸ ਤਰੀਕੇ ਨਾਲ ਹੋ ਜਾਏਗੀ। ਕਿਉਂ? ਕਿਉਂਕਿ ਰੈਡੀ ਨਹੀਂ ਉਹ ਵੇਟ ਚੱਕਣ ਵਾਸਤੇ, ਉਹ ਕੈਰੀ ਕਰਨ ਵਾਸਤੇ। ਜਿਹੜਾ ਸਾਡਾ ਹੋਮਮੇਡ ਫੂਡ ਹੁੰਦਾ ਸੀ ਘਰਾਂ ਦੇ ਵਿੱਚ, ਕਿਚਨ ਵਿੱਚ ਫੂਡ ਬਣ ਰਿਹਾ ਹੁੰਦਾ ਸੀ, ਉਹਦਾ ਅਰੋਮਾ, ਉਹਦੀ ਮਹਿਕ ਫੈਲਦੀ ਸੀ, ਮਹਿਕ ਫੈਲਦੀ ਸੀ।
ਦੂਜੇ ਜੀ ਉਸ ਮਹਿਕ ਨੂੰ ਲੈਂਦੇ ਸੀਗੇ। ਪਤਾ ਲੱਗ ਜਾਂਦਾ ਸੀਗਾ ਘਰ ਦੇ 'ਚ ਫਲਾਂ ਸਬਜ਼ੀ ਬਣ ਰਹੀ ਹੈ, ਫਲਾਂ ਤਰ੍ਹਾਂ ਦਾ ਫੂਡ ਬਣ ਰਿਹਾ ਹੈਗਾ, ਉਹੋ ਜਿਹੇ ਕੈਮੀਕਲ ਬਣਨੇ ਸ਼ੁਰੂ ਹੋ ਜਾਂਦੇ ਸੀ। ਮਾਊਥ ਵਾਟਰਿੰਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਹੁਣ ਸਾਰਾ ਕੈਮੀਕਲ ਅੰਦਰਲਾ ਡਾਈਜੈਸਟਿਵ ਸਿਸਟਮ ਉਸੇ ਲੈਵਲ 'ਤੇ ਰੈਡੀ ਹੋ ਰਿਹਾ ਆ, ਤੁਹਾਡਾ ਬ੍ਰੇਨ ਰੈਡੀ ਹੋ ਰਿਹਾ, ਫੂਡ ਇਨਟੇਕ ਹੋਣਾ ਆ। ਪੂਰੀ ਉਸ ਜਿਹੜਾ ਹੈਗਾ ਤਿਆਰੀ ਦੇ ਨਾਲ ਤੁਸੀਂ ਫੂਡ ਨੂੰ ਫਿਰ ਐਕਸਪੀਰੀਅੰਸ ਕਰਦੇ ਸੀ, ਇੰਜੋਏ ਕਰਦੇ ਸੀ, ਮਾਣਦੇ ਸੀਗੇ। ਉਹ ਜਿਹੜੀ ਖੁਰਾਕ ਆ ਉਹ ਫਿਰ ਸਰੀਰ ਵਿੱਚ ਜਾ ਕੇ ਉਹ ਵਾਕਿਆ 'ਚ ਉਹ ਲੈਵਲ ਦੀ ਐਨਰਜੀ, ਉਸ ਲੈਵਲ ਦਾ ਜਿਹੜਾ ਰੂਪ ਧਾਰਨ ਕਰਦੀ, ਜਿਹੜੀ ਜ਼ਿੰਦਗੀ ਦੇ ਇੱਕ ਨੈਕਸਟ ਲੈਵਲ 'ਤੇ ਸਫੁਰਤੀ ਆਉਂਦੀ। ਹੁਣ ਬੰਦਾ ਕਿੰਨਾ ਕੁ ਐਕਸਪੀਰੀਅੰਸ ਕਰ ਰਿਹਾ ਆ। ਹਕੀਕਤ ਇਹ ਹੈ ਸਾਨੂੰ ਤੇ ਵੀ ਐਕਸਪੀਰੀਅੰਸ ਨਹੀਂ ਹੋ ਰਿਹਾ ਕਿ ਅਸੀਂ ਫੂਡ ਖਾ ਰਹੇ ਹਾਂ। ਬ੍ਰੇਨ ਕਿਤੇ ਹੈ, ਬੰਦੇ ਦੇ ਅੰਦਰ ਕੁਝ ਚੱਲ ਰਿਹਾ ਆ, ਕੋਈ ਹੋਰ ਉਸ ਤਰੀਕੇ ਨਾਲ। ਸੋ ਇਸ ਸਾਰੇ ਬੰਦੇ ਨੂੰ ਰੱਬ ਨੂੰ ਐਕਸਪੀਰੀਅੰਸ ਕਰਨ ਦੀ ਗੱਲ ਦੱਸੋ, ਕਮਾਲ ਹੈ। ਇਹ ਤੇ ਫਿਜ਼ੀਕਲ ਸਾਈਡ ਤੋਂ ਕੋਈ ਚੀਜ਼ ਐਕਸਪੀਰੀਅੰਸ ਨਹੀਂ ਕਰ ਪਾ ਰਿਹਾ। ਮੈਂ ਹੋਰ ਰੂਪ ਕੇ ਬਿਆਨ ਕਰਦਾ ਹਾਂ। ਸਰੀਰ ਹੈ ਸਾਡਾ, ਗਰਮੀ ਸਰਦੀ ਕਿੰਨਾ ਕੁਝ, ਧੁੱਪ ਛਾਂ, ਹਰ ਚੀਜ਼ ਫੀਲ ਕਰਦਾ ਹੈ। ਪਾਣੀ ਦਾ ਇੱਕ ਸੰਗੀਤ ਹੈ ਬੜਾ ਵੱਡਾ, ਜਿਹੜਾ ਸਰੀਰ ਨੂੰ ਪਤਾ ਲੱਗਦਾ ਹੈ। ਸਾਨੂੰ ਕਿੰਨਿਆਂ ਨੂੰ ਪਤਾ ਹੈ ਵੀ ਸਰੀਰ ਨੂੰ ਜਦੋਂ ਪਾਣੀ ਲੱਗਦਾ ਕਿਹੋ ਜਿਹੀ ਫੀਲਿੰਗ ਆਉਂਦੀ ਹੈ। ਬੰਦੇ ਦਾ ਮੈਡੀਟੇਸ਼ਨ ਵਿੱਚ ਜਾਣਾ, ਬੰਦਾ ਬਿਸਤਰੇ 'ਤੇ ਪਿਆ ਹੈ, ਸਰੀਰ ਪੂਰੀ ਤਰ੍ਹਾਂ ਰੈਸਟ, ਉਸ ਹਾਲਤ 'ਤੇ ਚਲਾ ਜਾਏ, ਰੈਸਟ ਦੀ ਹਾਲਤ 'ਚ। ਇਹ ਸਾਰੀਆਂ ਇੱਕ ਇੱਕ ਚੀਜ਼ ਜੁੜੀ ਹੈ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਦੇ ਬਾਰੇ ਕਹਿ ਰਹੀ ਹੈ। ਬੰਦਾ ਫਿਰ ਕਹਿੰਦਾ ਮੈਂ ਨਾ ਰੱਬ ਦੇ ਦਰਸ਼ਨ ਕਰਨੇ ਨੇ। ਉਹ ਨਿਰੰਕਾਰ ਵੇਖ ਲਈ, ਸੰਸਾਰ ਤੇ ਵੇਖ ਲੈ, ਸੰਸਾਰ ਤੇ ਮਾਣ ਲੈ, ਸੰਸਾਰ ਤੇ ਜੀ ਲੈ। ਜੇ ਸੰਸਾਰ ਜੀਏਗਾ, ਸੰਸਾਰ ਵੇਖੇਗਾ, ਸੰਸਾਰ ਮਾਣੇਗਾ, ਸੰਸਾਰ ਦੇ ਵਿੱਚੋਂ ਨਿਰੰਕਾਰ ਦਿਸਣਾ ਹੈ। ਉਹਦੇ ਦਰਸ਼ਨ ਇਹਦੇ ਵਿੱਚੋਂ ਹੋਣੇ ਨੇ। ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਨੇ ਪੁੱਛਿਆ ਸੀਗਾ ਨਾਮ ਦਾ ਸਵਾਦ ਕੀ ਹੈ। ਕਹਿੰਦੇ ਨੇ ਬੁਰਕੀ ਹੱਥ 'ਚ ਸੀਗੀ ਇਸ ਤਰੀਕੇ ਦੇ ਨਾਲ, ਮੂੰਹ 'ਚ ਪਾ ਰਹੇ ਤੇ ਕਹਿੰਦੇ ਅੰਨ ਦਾ ਸਵਾਦ ਵੀ ਨਾਮ ਦਾ ਸਵਾਦ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਤਿਨਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਖਾਣਾ ਵੀ ਬੰਦਗੀ ਹੈ, ਪਾਣਾ ਵੀ ਬੰਦਗੀ ਹੈ, ਹਰ ਚੀਜ਼ ਬੰਦਗੀ ਹੈ, ਇਬਾਦਤ। ਇਹੀ ਜੋਗੀਆਂ ਨਾਲ ਬਾਤ ਬਣੀ ਗੁਰੂ ਸਾਹਿਬ ਦੀ। ਜੋਗੀ ਕਹਿੰਦੇ ਅਸੀਂ ਤੇ ਸਮਾਧੀ ਲਾ ਕੇ ਬੈਠੇ ਹਾਂ ਪਹਾੜ ਤੇ ਰੱਬ ਦੇ ਦਰਸ਼ਨ ਕਰਨੇ ਨੇ। ਬਾਬਾ ਜੀ ਕਹਿੰਦੇ ਪਹਾੜਾਂ ਦੀਆਂ ਕੰਦਰਾਂ 'ਚ ਬੈਠ ਕੇ ਰੱਬ ਦੇ ਦਰਸ਼ਨ, ਇਹ ਕਿਹੜੀਆਂ ਗੱਲਾਂ ਨੇ। ਰੱਬ ਤੇ ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਹੈ। ਉਹ ਥਾਂ ਦੱਸੋ ਜਿੱਥੇ ਹੈ ਨਹੀਂਗਾ। ਜੇ ਉਹ ਓਮਨੀ ਪ੍ਰੈਜ਼ੈਂਟ ਆ, ਜੋ ਜ਼ਰਰੇ ਜ਼ਰਰੇ 'ਚ ਮੌਜੂਦ ਆ। ਅਸੀਂ ਗੁਰੂ ਗ੍ਰੰਥ ਸਾਹਿਬ ਨੇ ਪੜ੍ਹਦੇ ਹੈਗੇ ਆ, ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਤੋਂ ਬਿਨਾ ਕੌਣ ਬੋਲ ਰਿਹਾ? ਇਹ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ। ਔਰ ਹਰੀ ਤੋਂ ਬਿਨਾ ਹੈ ਕਿ ਉਹੀ ਤੇ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹੀ ਤੇ ਹੈ, ਹੋਰ ਹੈ ਕੌਣ? ਫਿਰ ਦਰਸ਼ਨ ਭਾਈ ਇਹ ਹੈ ਜੀ ਜੀਵਨ। ਅਵੇਅਰ ਹੋ ਆਪਣੇ ਆਪ ਬਾਰੇ, ਆਪਣੇ ਆਲੇ ਦੁਆਲੇ ਬਾਰੇ। ਈਵਨ ਜਿਹੜਾ ਬੋਧੀਆਂ ਦਾ ਮੈਡੀਟੇਸ਼ਨ ਆ, ਬੜਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੜਾ ਪ੍ਰਾਇਮਰੀ ਲੈਵਲ 'ਤੇ, ਜਿਹੜਾ ਉਹ ਕਹਿੰਦੇ ਨੇ ਕਿ ਜਸਟ try to focus on your breathing. Inhale, exhale. Once you're inhaling, just focus on that air. When you're exhaling, just focus on it. Do it. Mindfulness ਜਿੱਥੋਂ ਆਈ, meditation ਦੇ concept ਵਿੱਚ awareness ਹੈ। Life is happening. ਜ਼ਿੰਦਗੀ ਘਟਤ ਹੋ ਰਹੀ ਹੈ। ਜ਼ਿੰਦਗੀ ਜਿਹੜੀ ਹੈ ਉਹ ਫੈਲ ਰਹੀ ਹੈ, ਉਹਦਾ ਫਲਾਹ ਹੋ ਰਿਹਾ। ਮੈਂ ਮਾਣ ਰਿਹਾ, ਤੁਸੀਂ ਮਾਣ ਰਹੇ ਹੋ ਜ਼ਿੰਦਗੀ ਨੂੰ। ਪਰ ਬੰਦੇ ਨੂੰ ਐਕਸਪੀਰੀਅੰਸ ਵੀ ਤੇ ਹੋਏ ਜ਼ਿੰਦਗੀ ਫੈਲ ਰਹੀ ਹੈ ਮੇਰੇ ਨਾਲ, ਮੈਨੂੰ ਵਾਪਰ ਰਹੀ ਹੈ ਇਸ ਰੂਪ ਦੇ ਵਿੱਚ। ਜਿਸ ਸਾਰੇ ਦੇ ਦਰਸ਼ਨ ਕਰ ਪਾਓਗੇ, ਫਿਰ ਹੌਲੀ ਹੌਲੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਰਿਸ਼ਤੇ, ਨਾਤੇ, ਸੰਬੰਧ, ਇਹਨਾਂ ਨੂੰ ਮਾਣੋਗੇ। ਫਿਰ ਹੌਲੀ ਹੌਲੀ ਅਹਿਸਾਸ ਹੋਏਗਾ ਜਿਸ ਨੇ ਇੰਨੀਆਂ ਦਾਤਾਂ, ਸੌਗਾਤਾਂ, ਨਵਾਜ਼ਸ਼ਾਂ ਦਿੱਤੀਆਂ ਨੇ, ਜਿਹਦਾ ਬਣਾਇਆ ਪਦਾਰਥ ਇੰਨਾ ਸੁਆਦੀ ਏ, ਇੰਨਾ ਟੇਸਟੀ ਏ, ਇਹ ਸੰਸਾਰ ਇੰਨਾ ਰੰਗਦਾਰ ਆ, ਇਹ ਦੁਨੀਆ ਕਿਤਨੀ ਬਾਖੂਬ ਆ,
इस सारे ਨੂੰ ਬਣਾਉਣ ਵਾਲਾ ਉਹ ਕਿਹੋ ਜਿਹਾ ਹੋਏਗਾ, ਉਹਦੇ 'ਚ ਕਿੰਨਾ ਰਸ ਹੋਏਗਾ, ਕਿੰਨਾ ਰੰਗ ਹੋਏਗਾ, ਕਿਤਨਾ ਰੂਪ ਹੋਏਗਾ। ਫਿਰ ਬੰਦਾ ਉਹਦਾ ਸ਼ੁਦਾਈ ਹੋ ਜਾਂਦਾ ਹੈ, ਫਿਰ ਬੰਦੇ ਨੂੰ ਉਹਦਾ ਜਿਹੜਾ ਹੈਗਾ ਲਗਨ ਲੱਗ ਜਾਂਦੀ ਹੈ, ਫਿਰ ਉਸ ਇਸ਼ਕ 'ਚ ਬੰਦਾ ਖੀਵਾ ਹੋ ਜਾਂਦਾ ਹੈ। ਫਿਰ ਉਹਨੂੰ ਲੱਗਦਾ ਹੈ ਕਾਸ਼ ਉਹ ਵੀ ਐਕਸਪੀਰੀਅੰਸ ਹੋਏ, ਉਹਦਾ ਵੀ ਦਰਸ਼ਨ ਹੋਏ, ਮਾਣ ਸਕਾਂ ਉਹਨੂੰ ਵੀ ਨਸ਼ਿਆ ਸਕਾਂ, ਉਹਨੂੰ ਅਹਿਸਾਸ ਸਕਾਂ। ਫਿਰ ਗੁਰੂ ਸਾਹਿਬ ਨੇ ਵੀ ਕਿਹਾ ਕਿਸੇ ਪੈਰਾਨੋਇਡ 'ਚ ਨਾ ਚਲਾ ਜਾਈਂ, ਭੁਲੇਖੇ 'ਚ ਨਾ ਪੈ ਜਾਈਂ। ਹਕੀਕਤ ਹੈ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਉਹ ਐਕਸਪੀਰੀਅੰਸ ਇਹਨਾਂ ਅੱਖਾਂ ਦਾ ਨਹੀਂ ਹੈਗਾ, ਉਹ ਇਹਨਾਂ ਕੰਨਾਂ ਦਾ ਵੀ ਨਹੀਂ ਹੈਗਾ। ਨਾਨਕ ਸੇ ਅੱਖੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ, ਜਿਨ੍ਹਾਂ ਨੂੰ ਮਾਹੀ ਪਿਰ ਨੂੰ ਦੇਖਣਾ ਆ ਨਾ, ਉਹ ਅੱਖਾਂ ਇਹ ਨਹੀਂ ਹੈਗੀਆਂ, ਉਹ ਬਿਆਨ ਤੋਂ ਬਾਹਰੀਆਂ ਨੇ। ਫਿਰ ਇਹ ਦਰਸ਼ਨ ਵੱਖਰੇ ਕਿਸਮ ਦਾ ਦਰਸ਼ਨ ਹੈ। ਉਸ ਦਰਸ਼ਨ ਦੀ ਬਾਤ ਗੁਰੂ ਰਾਮਦਾਸ ਸਾਹਿਬ ਇਸ ਸ਼ਬਦ ਵਿੱਚ ਕਰ ਰਹੇ ਨੇ, ਦਰਸ਼ਨ ਹਰ ਦੇਖਣ ਕਹਿ ਤਾਏ। ਉਸ ਦੀਦਾਰ ਨੂੰ ਮਾਨਣ ਵਾਸਤੇ, ਉਹ ਦਰਸ਼ਨ ਨੂੰ ਅਹਿਸਾਸਨ ਵਾਸਤੇ, ਜ਼ਿੰਦਗੀ ਉਸ ਲੈਵਲ ਨੂੰ ਅਗਲੇ ਪੜਾਅ ਮੈਂ ਫੀਲ ਕਰ ਸਕਾਂ। ਕਿਰਪਾ ਕਰੇ ਤਾਂ ਸਤਿਗੁਰ ਮਿਲਣਾ, ਜੇ ਤੂੰ ਤਰਸਦੇ ਘਰੇ ਚਾਹੇ ਦਾਤਾ, ਤੇ ਫਿਰ ਇੱਕ ਮੇਰੇ ਉੱਤੇ ਨਵਾਜ਼ਿਸ਼ ਕਰ ਦੇਂਗਾ, ਅਹਿਸਾਨ ਕਰ ਦੇਂਗਾ, ਫੇਵਰ ਕਰੇਗਾ ਮੇਰੀ। ਕਿਰਪਾ ਕਰੇ ਤਾਂ ਸਤਿਗੁਰ ਮਿਲਣਾ, ਫਿਰ ਸਤਿਗੁਰੂ ਨਾਲ ਮਿਲਾਪ ਹੋ ਜਾਏ। ਸਤਿਗੁਰੂ ਇੱਥੇ ਸੋਰਸ ਆ ਜਿਹੜਾ ਤੁਹਾਨੂੰ ਅਧਿਆਤਮੀ ਤਲ ਦੇ ਉੱਤੇ ਤੁਹਾਡੀ ਇਸ ਵਾਸਤੇ ਮਦਦ ਕਰ ਸਕਦਾ ਹੈ। ਵੈਸੇ ਤਾਂ ਗੁਰੂ ਜੀਵਨ ਜਾਂਚ ਦਾ ਸਾਡਾ ਗਾਈਡ ਆ, ਸਾਡਾ ਮੈਂਟਰ ਆ, ਸਾਡਾ ਸੋਰਸ ਆ, ਜਿਹੜਾ ਸਾਨੂੰ ਖਾਣਾ ਪੀਣਾ ਰਹਿਣਾ ਸਹਿਣਾ ਸਭ ਕੁਝ ਸਿਖਾਉਂਦਾ ਆ। ਅਤੇ ਗੁਰੂ ਸਾਹਿਬ ਨੇ ਜਿਹੜਾ ਸਤਿਗੁਰੂ ਦੀ ਬਾਤ ਕੀਤੀ ਹੈ, ਉਸ ਸੱਚੇ ਵਿਵੇਕਸ਼ੀਲ ਬਣਾਉਣ ਵਾਲੇ ਸੋਰਸ ਦੀ, ਉਸ ਨੂੰ ਗੁਰੂ ਸਾਹਿਬ ਨੇ ਇੱਥੇ ਕਿਹਾ ਕਿ ਜੇ ਤਰਸ ਦੇ ਘਰ ਵਿੱਚ ਆਵੇ ਕੁਦਰਤ, ਅਤੇ ਕੁਦਰਤ ਬਣਾਉਣ ਵਾਲਾ ਕਾਦਰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਸਤਿਗੁਰੂ ਮਿਲਣਾ। ਹਰ ਹਰ ਨਾਮ ਧਿਆਈ, ਜਿਹਦੇ ਸਦਕਾ ਦਰਸ਼ਨ ਹੋਣੇ ਨੇ। ਹੋ ਸਕਦਾ ਮੈਂ ਉਸ ਨਾਮ ਵਿੱਚ ਜੁੜ ਜਾਵਾਂ। ਹੁਣ ਇਹ ਨਾਮ ਇਹ ਹੈ, ਜਿਵੇਂ ਸਪੋਜ਼ ਕਰੋ ਕਿ ਬੱਚਾ ਘਰ ਵਿੱਚ ਕੰਫਰਟ ਫੀਲ ਕਰਦਾ ਆ, ਅਤੇ ਮਾਂ ਉਹਨੂੰ ਕਹਿੰਦੀ ਹੈ ਕਿ ਤੂੰ ਇਸ ਘਰ ਦੀ ਕੰਫਰਟ ਜ਼ੋਨ ਨੂੰ ਛੱਡ ਕੇ now is the time you have to go to school। ਬੱਚਾ ਕਹਿੰਦਾ ਵੀ ਮੈਂ ਤੇ ਨਹੀਂ ਜਾਣਾ ਚਾਹੁੰਦਾ, ਮੈਂ ਕਿਉਂ ਜਾਵਾਂਗਾ, ਇੰਨੀ ਵਧੀਆ ਚਾਰ ਦੀਵਾਰੀ 'ਚ ਘਰ ਬੈਠਾ, ਜਦੋਂ ਆਵਾਜ਼ ਮਾਰਦਾ ਮੈਨੂੰ ਖਾਣ ਨੂੰ ਮਿਲਦਾ ਹੈ, ਪੀਣ ਨੂੰ ਮਿਲਦਾ ਹੈ, ਖੇਡਣ ਨੂੰ ਮਿਲਦਾ ਹੈ, ਮੈਂ ਕਿਉਂ ਜਾਵਾਂ ਕਿਸੇ ਬਗਾਨੇ ਕੋਲ ਇਸ ਰੂਪ ਵਿੱਚ ਜਿੱਥੇ ਮੈਂ ਕੰਫਰਟ ਹੀ ਫੀਲ ਨਹੀਂ ਕਰਦਾ। ਨੋ ਆਈ ਕੈਨ ਨੋਟ ਲੀਵ ਮਾਈ ਕੰਫਰਟ ਜ਼ੋਨ। ਫਿਰ ਮਾਂ ਉਹਨੂੰ ਕਹਿੰਦੀ ਬੇਟਾ ਆਪਾਂ ਉੱਥੇ ਜਾਵਾਂਗੇ ਨਹੀਂ, ਫਿਰ ਆਪਾਂ ਨੂੰ ਹੋਰ ਟੋਇਜ਼ ਨਹੀਂ ਮਿਲਣਗੇ, ਫਿਰ ਹੋਰ ਜਿਹੜਾ ਹੈਗਾ ਆਪਾਂ ਨੂੰ ਖੇਡਾਂ ਨਹੀਂ ਮਿਲਣਗੀਆਂ, ਫਿਰ ਆਪਾਂ ਨੂੰ ਹੋਰ ਫਰੈਂਡਸ ਨਹੀਂ ਮਿਲਣਗੇ। ਫਿਰ ਇਸ ਤਰ੍ਹਾਂ ਮਾਂ ਥੋੜ੍ਹਾ ਕਰਕੇ ਦੱਸਣਾ ਸ਼ੁਰੂ ਕਰਦੀ ਹੈਗੀ ਇਸ ਤਰੀਕੇ ਦੇ ਨਾਲ। ਬੱਚਾ ਇੱਕ ਲੈਵਲ 'ਤੇ ਜਾ ਕੇ ਕਹਿੰਦਾ ਅੱਛਾ ਨਹੀਂ, ਟੋਇਜ਼ ਤਾਂ ਮੈਨੂੰ ਚਾਹੀਦੇ ਨੇ ਹੋਰ, ਮੈਨੂੰ ਫਰੈਂਡਸ ਵੀ ਹੋਰ ਚਾਹੀਦੇ ਨੇ। ਆਈ ਰੀਅਲੀ ਵਾਂਟ ਟੂ ਇੰਜੋਏ ਐਕਚੁਅਲੀ ਮੋਰ ਟਾਈਮ ਵਿਦ ਅਦਰ ਪੀਪਲ ਐਂਡ ਆਲ ਦੈਟ। ਫਿਰ ਉਹ ਕਹਿੰਦੀ ਬੇਟਾ ਇਹਦੇ ਵਾਸਤੇ ਤੈਨੂੰ ਨਾ ਮੇਰੀ ਗੱਲ ਮੰਨਣੀ ਪਏਗੀ। ਫਿਰ ਇੱਕ ਬੱਚਾ ਇੱਕ ਲੈਵਲ 'ਤੇ ਜਾ ਕੇ ਐਗਰੀ ਕਰ ਜਾਂਦਾ, ਠੀਕ ਆ ਮੈਂ ਜਾਵਾਂਗਾ। ਹੁਣ ਜਿਹੜੀ ਆਹ ਗੱਲ ਆ ਮੰਨਣ ਵਾਲੀ, ਐਕਚੁਅਲ ਲੈਵਲ 'ਤੇ ਗੁਰੂ ਦੀ ਬਾਤ ਵੀ ਮੰਨਣੀ ਪਏਗੀ, ਇੱਥੋਂ ਨਾਮ ਆਏਗਾ। ਜੇ ਆਪਾਂ ਨਹੀਂ ਮੰਨਾਂਗੇ, ਗੁਰੂ ਨਾਨਕ ਸਾਹਿਬ ਕਹਿੰਦੇ ਨਾ ਮੰਨੇ ਕੀ ਗਤ ਕਹੀ ਨਾ ਜਾਏ। ਕਈ ਵਾਰ ਬੱਚਾ ਜਿੱਦੀਆ ਵੀ ਹੋ ਜਾਂਦਾ ਆ, ਐਵੇਂ ਕਿਵੇਂ ਹੋਏਗਾ, ਮੈਂ ਨਹੀਂ ਮੰਨਦਾ। ਕਈ ਵਾਰ ਉਹਦੀ ਪੂਰੀ ਗੱਲ ਐਕਸਪਲੇਨ ਵੀ ਨਹੀਂ ਹੋ ਸਕਦੀ, ਦੱਸੀ ਵੀ ਨਹੀਂ ਜਾ ਸਕਦੀ। ਉੱਥੇ ਜਾ ਕੇ ਹੋ ਕੇ ਬਣ ਕੇ ਹੀ ਪਤਾ ਲੱਗਦਾ। ਫਿਰ ਜਿਵੇਂ ਥੋੜ੍ਹਾ ਹੋਰ ਬੱਚਾ ਹੋ ਗਿਆ, ਉਹਨੂੰ ਪਤਾ ਲੱਗਾ ਕਿ ਓਹੋ ਹੁਣ ਤਾਂ ਟੋਇਜ਼ ਨਹੀਂ ਮਿਲਦੇ, ਹੁਣ ਤਾਂ ਟੀਚਰਸ ਹੋਮਵਰਕ ਦੇ ਦਿੰਦੇ ਨੇ, ਹੁਣ ਤਾਂ ਟੀਚਰਸ ਗਏ ਨੂੰ ਉੱਥੇ ਪੜ੍ਹਾਉਂਦੇ ਨੇ, ਜੇ ਸੱਜੇ ਖੱਬੇ ਦੇਖੋ ਅਟੈਂਸ਼ਨ ਨਾ ਪੇ ਕਰੋ, ਅਤੇ ਉਹ ਕਈ ਵਾਰੀ ਪਨਿਸ਼ ਵੀ ਕਰਦੇ ਨੇ, ਯੈਲ ਕਰਦੇ ਨੇ, ਦੈਟਸ ਨੋਟ ਗੁੱਡ, ਮੈਂ ਨਹੀਂ ਜਾਣਾ ਹੁਣ। ਫਿਰ ਮਾਂ ਇੱਕ ਵੱਡਾ ਸੁਪਨਾ ਦਿਖਾਉਂਦੀ ਹੈ। ਫਿਰ ਕਹਿੰਦੀ ਬੇਟਾ ਜੇ ਉਹ ਅੱਜ ਯੈਲ ਕਰਦੇ ਨੇ, ਜੇ ਉਹ ਅੱਜ ਪੜ੍ਹਾਉਂਦੇ ਨੇ, ਤੈਨੂੰ ਹੈਲਪ ਹੋਏਗੀ। ਯੂ ਨੋ ਸਮਟਾਈਮ ਯੂ ਰੀਅਲੀ ਵਾਂਟ ਟੂ ਵਾਚ TV and somehow you push any actually remote button which is not actually which is inappropriate toward the TV channels, or which is actually wrong toward the directions, and there are some kind of numbering which you can see on the TV and you're not able to read it, and that time you always call me, mom can you help me, can you read it, what is written over here, I cannot read it, I cannot understand। बेटा जे तू स्कूल जाएगा ना, तेनों autonomy मिल जाएगी,
You will be able to read those instructions. Ajkal beta, you can actually play different kind of video games, you can play different kind of things. ਇਹੋ ਜਿਹੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ। ਕਈ ਵਾਰ ਬੱਚਾ ਇਹ ਵੀ ਜਿੱਦ ਕਰਦਾ ਅੱਛਾ ਇਹ ਤੇ ਹੈ ਪਰ ਹੋਰ, ਫਿਰ ਹੌਲੀ ਹੌਲੀ ਕਰਕੇ ਮਾਂ ਇਹ ਕਹਿੰਦੀ ਹੈ ਬੇਟਾ ਤੂੰ ਨਾ ਫਿਰ ਚੰਗੀ ਜੌਬ ਕਰ ਸਕੇਂਗਾ, ਤੂੰ ਚਾਹੁੰਦਾ ਕਈ ਵਾਰੀ ਕਿ ਮੈਂ ਕੁਝ ਮਨੀ ਅਰਨ ਕਰਾਂ, ਮੈਂ ਕੁਝ ਆਪਣੀ ਫਾਈਨੈਂਸ਼ੀਅਲ ਆਟੋਨਮੀ 'ਚ ਲੈ ਕੇ ਜਾਵਾਂ, ਬੇਟਾ ਸਕੂਲ ਤੈਨੂੰ ਦਵਾਏਗਾ, ਆਹ ਐਕਟੀਵਿਟੀਜ਼ ਦਵਾਉਣਗੀਆਂ। ਫਿਰ ਇਸ ਤਰੀਕੇ ਨਾਲ ਕਰਦਿਆਂ ਕਰਦੇ ਉਹਨੂੰ ਪੂਰਾ ਵਿਜ਼ਨਰੀ ਬਣਾ ਦਿੰਦਾ ਹੈਗਾ। ਜਦੋਂ ਅਸੀਂ ਜੀਵਨ ਵਿੱਚ ਵੇਖੀਏ ਨਾ, ਸਾਡੇ ਅੰਦਰ ਦੀ ਦੁਨੀਆ ਦੇ 'ਚ ਬੜੀ ਮਿਜ਼ਰੀ ਹੈ। ਵੀ ਆਰ ਹੋਲਡਿੰਗ ਅ ਲੋਟ ਆਫ ਮਿਜ਼ਰੀ ਇਨਸਾਈਡ ਅਸ। ਸਾਨੂੰ ਖੁਦ ਆਪਣੇ ਆਪ ਬਾਰੇ ਨਹੀਂ ਸਮਝ ਲੱਗਦੀ। ਕਦੀ ਮੈਂ ਖੁਸ਼ ਹੁੰਨਾ, ਕਦੀ ਦੁੱਖ 'ਚ ਹੁੰਨਾ, ਕਈ ਵਾਰ ਚੀਜ਼ਾਂ ਚੰਗੀਆਂ ਲੱਗਦੀਆਂ, ਕਈ ਵਾਰ ਨਹੀਂ ਲੱਗਦੀਆਂ, ਕਦੀ ਕੁਝ ਕਰਨਾ ਚਾਹੁੰਦਾ, ਕਦੀ ਨਹੀਂ ਕਰਨਾ ਚਾਹੁੰਦਾ। ਆਲੇ ਦੁਆਲੇ ਦੀ ਦੁਨੀਆ ਮੈਨੂੰ ਸਮਝ ਨਹੀਂ ਆਉਂਦੀ। ਅਤੇ ਸਾਰੀ ਡਿਸਟਰਬੈਂਸ ਵਿੱਚ ਕਈ ਵਾਰੀ ਬੰਦਾ ਕੁਝ ਚਾਹੁੰਦੇ ਹੋਏ ਵੀ ਕੰਮ ਜਿਹੜਾ ਹੈਗਾ ਆ ਉਹ ਨਹੀਂ ਕਰ ਪਾ ਰਿਹਾ, ਕੁਝ ਨਾ ਚਾਹੁੰਦੇ ਹੋਏ ਵੀ ਕਰਨੇ ਪੈ ਰਹੇ ਨੇ। ਇਹ ਸਾਰਾ ਕੁਝ ਮੋਸਟਲੀ ਸਾਡੀ ਸਾਰਿਆਂ ਦੇ ਅੰਦਰ ਦੀ ਦੁਨੀਆ ਐਵੇਂ ਦੀ ਚੱਲਦੀ ਹੈ। ਇਸ ਸਾਰੀ ਪਹੇਲੀ ਨੂੰ ਕੌਣ ਸਮਝਾਏਗਾ, ਕੌਣ ਸੁਲਝਾਏਗਾ? ਨਾਮ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਪੀਸ ਆਫ ਮਾਈਂਡ ਮਿਲੇ, ਤੁਸੀਂ ਜੀਵਨ ਦੇ ਉਸ ਮਰਹਲੇ, ਉਸ ਜੀਵਨ ਦੇ ਐਕਸਟ੍ਰੀਮ ਸੁੱਖ ਨੂੰ ਮਾਣ ਸਕੋ, ਫਿਰ ਨਾਮ ਹੈ। ਇਹਦੇ ਵਿੱਚੋਂ ਹੀ ਉਹਦੇ ਦਰਸ਼ਨ ਹੋਣਗੇ ਜਿਹਨੇ ਜੀਵਨ ਦਿੱਤਾ, ਜੀਵਨ ਬਣਾਇਆ, ਸਾਜਿਆ, ਜਿਹੜਾ ਸਭ ਘਟਤ ਹੋ ਰਿਹਾ ਹੈਗਾ। ਇਹ ਨਾਮ ਹੈ। ਸਤਿਗੁਰੂ ਇਹ ਦਿੰਦਾ ਆ। ਸਮਝ ਦਾ, ਸੋਝੀ ਦਾ ਉਹ ਲੈਵਲ, ਦੋ ਚੀਜ਼ਾਂ ਨੇ, ਸਮਝ ਵੀ ਤੇ ਸੋਝੀ ਵੀ। ਕਈ ਵਾਰ ਬੰਦਾ ਬੜਾ ਸਮਝਦਾਰ ਹੁੰਦਾ ਪਰ ਸੋਝੀ ਨਹੀਂ ਹੁੰਦੀ, ਵਿਜ਼ਨਰੀ ਨਹੀਂ ਹੁੰਦਾ। ਕਈ ਵਾਰੀ ਬੰਦਾ ਬੜਾ ਵਿਜ਼ਨਰੀ ਹੁੰਦਾ ਪਰ ਉਸ ਵਿਜ਼ਨ ਨੂੰ ਸਮਝ ਵਿੱਚ ਪਾ ਕੇ ਜੀਵਨ 'ਚ ਆਪਣੇ ਲਈ ਤੇ ਦੂਜਿਆਂ ਲਈ ਮਦਦਗਾਰ ਹੋ ਸਕਣਾ, ਇਹ ਨਹੀਂ ਪੋਸੀਬਲ ਹੁੰਦਾ। ਗੁਰੂ ਦੋਵੇਂ ਕਰ ਦਿੰਦਾ ਆ। ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਹਰ ਜੇ ਗੁਰੂ ਮਿਲ ਜਾਏ ਤੇ ਫਿਰ ਹਰ ਹਰ ਨਾਮ ਤੇ ਆਈ ਰਹਾਓ। ਹੁਣ ਇਹ ਰਹਾਓ ਦਾ ਪਤਾ ਹੈ, ਮੈਂ ਸੁਣਿਆ ਆ। ਹੁਣ ਗੁਰੂ ਸਾਹਿਬ ਨੂੰ ਅਹਿਸਾਸ ਆ ਕਿ ਇਹ ਚੀਜ਼ ਐਵੇਂ ਤੇ ਪੋਸੀਬਲ ਨਹੀਂ ਹੈਗੀ ਨਾ। ਇਹ ਤੇ ਹੈ ਨਹੀਂ ਕਿ ਤੁਸੀਂ ਕੋਈ ਲੋਟਰੀ ਬਾਏ ਕੀਤੀ ਤੇ ਲੋਟਰੀ ਲੱਗ ਜਾਏਗੀ। ਇਹ ਤੇ ਹੈ ਕਿ ਤੁਹਾਨੂੰ ਇਨੀਸ਼ੀਅਲ ਸਟੇਜ ਤੋਂ ਕੰਮ ਕਰਨਾ ਸ਼ੁਰੂ ਕਰਨਾ ਪਏਗਾ। ਗੁਰੂ ਬਾਬਾ ਜੀ ਕਹਿੰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵੇਚਾਈ। ਹੁਣ ਦੱਸੀ ਅੰਦਰ ਦੀ ਬੇਹਬਲਤਾ, ਖਾਹਸ਼। ਇਹ ਦਾਨੇ ਲੋਕਾਂ ਦੀ ਗੱਲ ਆ। ਉਹ ਕਹਿੰਦੇ ਬੰਦੇ ਨੂੰ ਭੁੱਖ ਲੱਗ ਜਾਏ ਨਾ ਬਹੁਤ ਜ਼ਿਆਦਾ, ਬੜੀ ਤੇਜ਼, ਤੇ ਬੰਦਾ ਭੁੱਖ ਜਿਹੜੀ ਹੈ ਲੋੜ ਕਾਢ ਦੀ ਮਾਂ ਆ, ਉਹ ਫਿਰ ਰੋਟੀ ਲੱਭ ਲੈਂਦਾ ਹੈ। ਉਹ ਭਾਵੇਂ ਕਿਸੇ ਦੇ ਘਰੋਂ ਮੰਗ ਕੇ ਖਾਏਗਾ ਜ਼ਰੂਰ। ਜਦੋਂ ਇੱਕ ਵਾਰੀ ਅੰਦਰ ਦੀ ਕੁਝ ਲਗਨ ਲੱਗ ਗਈ ਕਿ ਆਈ ਰੀਅਲੀ ਵਾਂਟ ਟੂ ਇੰਜੋਏ ਦੈਟ ਸਪਿਰਿਚੁਅਲ ਲੈਵਲ, ਆਈ ਰੀਅਲੀ ਵਾਂਟ ਟੂ get actually that peace of mind, I really want to understand why I'm in human form, what is the purpose of this life. If I have these kind of whole questions and I'm totally curious to learn about it, then any individual can find out the way. ਉਹਨੂੰ ਰਾਹ ਲੱਭ ਜਾਏਗਾ। ਗੁਰੂ ਬਾਬਾ ਜੀ ਕਹਿੰਦੇ, ਜਦੋਂ ਮੈਂ ਹੁਣ ਇਸ ਲੈਵਲ ਤੇ ਆ ਗਿਆ, ਕੋਈ ਆਣ ਮਿਲਾਵਾ ਹੈ ਮੇਰੇ ਲਈ ਅੰਦਰ, ਕੋਈ ਐਸੀ ਤੜਪ ਆਈ ਕਿ ਕੋਈ ਮੈਨੂੰ ਰਾਹ ਦੱਸੇ, ਕੋਈ ਮਿਲਾਪ ਕਰਾ ਦੇ, ਕੋਈ ਮੈਨੂੰ ਉਸ ਰਾਹ ਪਾ ਦੇ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ, ਮੇਰਾ ਉਸ ਇੰਤਹਾ ਦਾ ਪਿਆਰ ਦੇਣ ਵਾਲਾ ਪ੍ਰੀਤਮ ਪਤੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ, ਹਾਂ ਤਿਸ ਪੈ ਆਪ ਵਿੱਚ ਆਈ। ਮੈਂ ਆਪਣਾ ਆਪਾ ਵੇਚ ਦਿਆਂ ਉਹਦੇ ਅੱਗੇ, ਮੈਂ ਇੱਥੋਂ ਤੱਕ ਰੈਡੀ ਹਾਂ। ਮੈਨੂੰ ਕੁਝ ਗੁਰੂ ਤੇ ਰੱਬ ਦੀ ਉਸ ਜੀਵਨ ਯਾਪਨ ਤੱਕ ਲੈ ਜਾਏ ਕੋਈ, ਮੈਂ ਆਪਣਾ ਆਪਾ ਨੂੰ ਉਛਾਵਰ ਕਰਨ ਲਈ ਤਿਆਰ ਹਾਂ। ਅਗਲਾ ਬਚਨ ਹੈ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਇਹਨਾਂ ਬਚਨਾਂ ਦੀ ਜਿੰਨੀ ਡਿਟੇਲ ਡਿਸਕਸ਼ਨ ਕਰ ਲਈ ਉਨੀ ਥੋੜ੍ਹੀ ਹੈ। ਮੋਸਟਲੀ ਧਰਮ ਮੰਦਰ ਦੇ 'ਚ ਆਉਣ ਵਾਲੇ ਲੋਕ ਸੁੱਖ ਦੇ ਖਾਸ਼ਮੰਦ ਹੁੰਦੇ ਨੇ। ਮਸਕੀਨ ਜੀ ਕਿਆ ਕਰਦੇ ਸੀਗੇ, ਕਹਿੰਦੇ ਸੀਗੇ ਤੁਹਾਨੂੰ ਧਰਮ ਮੰਦਰਾਂ ਦੇ ਵਿੱਚ, ਮਸੀਤਾਂ, ਗਿਰਜਿਆਂ, ਗੁਰਦੁਆਰਿਆਂ ਦੇ ਬਾਹਰ ਖੜੀ ਹੋਈ ਭੀੜ ਮਿਲੇਗੀ, ਤੁਹਾਨੂੰ ਲੱਗੇਗਾ ਬੜੇ ਧਰਮੀ ਲੋਕ ਨੇ। ਉਹ ਕਹਿੰਦੇ ਧਰਮੀ ਨਹੀਂ, ਵਪਾਰੀ ਲੋਕ ਨੇ, ਦੁੱਖ ਲਈ ਬੈਠੇ ਨੇ, ਉਹ ਐਕਸਚੇਂਜ ਕਰਨ ਵਾਸਤੇ ਆਏ ਨੇ, ਦੁੱਖ ਦੇ ਕੇ ਸੁੱਖ ਲੈਣ ਵਾਸਤੇ। ਬਸ ਇਹੀ ਸੋਚ ਆ, ਇਹੀ ਸੰਸਾਰ ਕਰਦਾ ਆ ਸਾਰੇ ਦਾ ਸਾਰਾ। ਇਹੀ ਦੁਨੀਆ ਕਰ ਰਹੀ ਹੈ ਇਸ ਰੂਪ ਦੇ ਵਿੱਚ, ਇਹ ਵਪਾਰ ਹੀ ਚੱਲ ਰਿਹਾ ਸਾਰੇ ਦਾ ਸਾਰਾ। ਹਾਂ, ਕਿਸੇ ਕਿਸੇ ਨੂੰ ਸਮਝ ਆ ਜਾਂਦਾ ਆ ਦੁੱਖ ਕਿਸੇ ਰੀਜ਼ਨ ਵਿੱਚੋਂ ਆਇਆ ਹੈ, ਉਹ ਰੀਜ਼ਨ ਮੈਨੂੰ ਕਿਤੇ ਲੈ ਕੇ ਜਾਏਗਾ। ਇਹ ਵੀ ਐਕਚੁਅਲੀ ਬਹੁਤ ਸਾਰੀਆਂ ਚੀਜ਼ਾਂ, ਸਿੱਖੀ ਦੀ ਇਹੀ ਗਲੋਰੀ ਹੈ ਨਾ। ਸਿੱਖੀ ਇੱਕ ਤੁਹਾਨੂੰ ਨੈਕਸਟ ਲੈਵਲ 'ਤੇ ਲੈ ਜਾਂਦੀ ਹੈ।
इत्थे गुरु रामदास साहब जिहड़ी बचन कर रहे ने, जे सुख दें तां तुझे आराधे, दुख भी तुझे ते आए। ये गुरु रामदास साहब का अपना जीवन ये एक्चुअली रिफ्लैक्ट हो रहा है। ऐसा जीवन जिन्हें दुख देखा तो दुख भी एक्सट्रीम, आउंदे कल जो बात पावांगा थोड़ी जी, तो जो सुख देखा तो सुख भी एक्सट्रीम। यू कैन नॉट इमैजन जिस लैवल का सुख गुरु रामदास साहब ने माणिया, तो तुसी ये भी नहीं इमैजन कर सकते जिस लैवल का सुख गुरु रामदास साहब ने, दुख गुरु रामदास साहब ने माणे देखा दोनों रूपों के विच। ते शब्द यदि बिल्कुल तस्वीर उस लैवल पर बयान कर रहा है। समय ने अपना सफ़र मुका दिता है। मैं इत्थे ही अपने बातों को समेटदा हाँ, इत्थे आवाज़ दे के कह देना जी, वाहिगुरू जी का खालसा, वाहिगुरू जी की फतेह।